ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਆਪਾਂ ਜਪਜੀ ਸਾਹਿਬ ਜੀ ਦੀ 16ਵੀਂ ਪੌੜੀ ਦੀ ਵਿਚਾਰ ਕਰਾਂਗੇ ਜੀ। ਪੰਜ ਪਰਵਾਨ ਪੰਜ ਪ੍ਰਧਾਨ। ਸਤਿਗੁਰ ਜੀ ਫਰਮਾਉਂਦੇ ਹਨ ਕਿ ਜਿਨ੍ਹਾਂ ਨੇ ਉਸ ਪਰਮਾਤਮਾ ਨੂੰ ਸੁਣਿਆ ਹੈ, ਮੰਨਿਆ ਹੈ, ਮਨ ਕੀਤਾ ਭਾਵ ਅਰਥਾਤ ਜੋ ਹੁਕਮ ਤੋਂ ਰਜਾ ਵਿੱਚ ਚੱਲਦੇ ਹਨ, ਉਹ ਪੰਚ ਹਨ ਤੇ ਉਹ ਹੀ ਅਸਲ ਵਿੱਚ ਸੰਤ ਹਨ। ਪੰਚੇ ਪਾਵਹ ਦਰਗਹ ਮਾਨ। ਸਤਿਗੁਰ ਜੀ ਫਰਮਾਉਂਦੇ ਹਨ ਕਿ ਉਹ ਰੱਬ ਦੇ ਦਰ 'ਤੇ ਪ੍ਰਵਾਨ ਹੁੰਦੇ ਹਨ। ਉਹ ਪ੍ਰਧਾਨ ਤੇ ਮਾਣਯੋਗ ਵਿਅਕਤੀ ਹੁੰਦੇ ਹਨ ਜੋ ਰੱਬ ਦੀ ਦਰਗਾਹ ਵਿੱਚ ਮਾਣ ਅਤੇ ਵਡਿਆਈ ਪ੍ਰਾਪਤ ਕਰਦੇ ਹਨ। ਪੰਚੇ ਸੋਹੇ ਦਰ ਰਜਾਨ। ਸਤਿਗੁਰ ਜੀ ਫਰਮਾਉਂਦੇ ਹਨ ਕਿ ਸੰਤ ਹੀ ਦਰਗਾਹ ਵਿੱਚ ਮਾਣ ਪ੍ਰਾਪਤ ਕਰਦੇ ਹਨ ਤੇ ਸੰਤਾਂ ਨਾਲ ਹੀ ਰਾਜਿਆਂ ਦੇ ਦਰਬਾਰ ਸੁਭਾਏਮਾਨ ਹੁੰਦੇ ਹਨ। ਪੰਚਾਂ ਕਾ ਗੁਰ ਏਕ ਧਿਆਨ। ਸਤਿਗੁਰ ਜੀ ਫਰਮਾਉਂਦੇ ਹਨ ਕਿ ਸੰਤਾਂ ਦਾ ਧਿਆਨ ਉਸ ਅਕਾਲ ਪੁਰਖ ਵਿੱਚ ਹੀ ਹੁੰਦਾ ਹੈ, ਉਹ ਇੱਧਰ ਉੱਧਰ ਨਹੀਂ ਭਟਕਦੇ। ਜੇ ਕੋ ਕਹੇ ਕਰੇ ਵਿਚਾਰ। ਸਤਿਗੁਰ ਜੀ ਫਰਮਾਉਂਦੇ ਹਨ ਕਿ ਜੇ ਕੋਈ ਉਸ ਅਕਾਲ ਪੁਰਖ ਦੀ ਗੱਲ ਕਰੇ, ਉਸ ਬਾਰੇ ਵਿਚਾਰ ਕਰੇ, ਉਹ ਕਰਤਾਰ ਦੀ ਰਚਨਾ ਦਾ ਅੰਤ ਹਿਸਾਬ ਨਹੀਂ ਪਾ ਸਕਦਾ। ਕਰਤੇ ਕੇ ਕਰਨੇ ਨਹੀਂ ਸਮਾਰ। ਸਤਿਗੁਰ ਜੀ ਫਰਮਾਉਂਦੇ ਹਨ ਕਿ ਉਸ ਵਾਹਿਗੁਰੂ ਜੀ ਦੀ ਕੁਦਰਤ ਦਾ ਕੋਈ ਵੀ ਉਸ ਦੇ ਕਰਤੱਵਾਂ ਦਾ ਕੋਈ ਪਤਾ ਨਹੀਂ ਕਰ ਸਕਦਾ। ਧੌਲ ਧਰਮ ਦਿਆ ਕਾ ਪੂਤ। ਸਤਿਗੁਰ ਜੀ ਫਰਮਾਉਂਦੇ ਹਨ ਕਿ ਜਿਹੜੇ ਕਹਿੰਦੇ ਹਨ ਕਿ ਧਰਤੀ ਇੱਕ ਧੌਲ ਮਤਲਬ ਇੱਕ ਬਲਦ ਨੇ ਚੁੱਕੀ ਹੋਈ ਹੈ, ਪਰ ਸੱਚ ਤਾਂ ਇਹ ਹੈ ਕਿ ਉਹ ਬਲਦ ਹੱਡ ਚੰਮ ਜਾਂ ਮਿੱਟੀ ਪੱਥਰ ਆਦਿ ਦਾ ਨਹੀਂ ਹੈ, ਬਲਕਿ ਉਹ ਧਰਮ ਰੂਪੀ ਬਲਦ ਹਨ ਜਿਸ ਦੇ ਆਸਰੇ ਧਰਤੀ ਖੜੀ ਹੈ ਤੇ ਦਇਆ ਵਿੱਚੋਂ ਹੀ ਧਰਮ ਉਪਜਦਾ ਹੈ। ਦਇਆ ਤੋਂ ਬਿਨਾਂ ਹਿਰਦੇ ਵਿੱਚ ਧਰਮ ਦੀ ਉਤਪਤੀ ਨਹੀਂ ਹੁੰਦੀ, ਇਸ ਕਰਕੇ ਧਰਮ ਹੀ ਧਰਤੀ ਦਾ ਆਸਰਾ ਹੈ। ਸੰਤੋਖ ਥਾਪ ਰੱਖਿਆ ਜਿਨਸੂਤ। ਸਤਿਗੁਰ ਜੀ ਫਰਮਾਉਂਦੇ ਹਨ ਕਿ ਉਸ ਪ੍ਰਭੂ ਨੇ ਸਾਰੇ ਜਗਤ ਦੀ ਮਰਿਆਦਾ ਭਾਵ ਪ੍ਰਬੰਧ ਨੂੰ ਧਰਮ ਰੂਪੀ ਬਲਦ ਦੇ ਉੱਪਰ ਸੰਤੋਖ ਦੁਆਰਾ ਸਥਾਪਿਤ ਕਰ ਰੱਖਿਆ ਹੈ, ਜੇ ਕੋ ਬੁੱਝੇ ਹੋਵੇ ਸਚਿਆਰ। ਸਤਿਗੁਰ ਜੀ ਫਰਮਾਉਂਦੇ ਹਨ ਕਿ ਜਿਹੜਾ ਇਸ ਭੇਦ ਨੂੰ ਜਾਣ ਲਵੇ ਉਹ ਸਚਿਆਰਾ ਹੋ ਜਾਂਦਾ ਹੈ ਕਿ ਧਰਮ ਰੂਪੀ ਧੌਲ ਉੱਤੇ ਕਿੰਨਾ ਕੋ ਭਾਰ ਹੈ, ਧਵਲੇ ਉੱਪਰ ਕੇਤਾ ਭਾਰ। ਸਤਿਗੁਰ ਜੀ ਫਰਮਾਉਂਦੇ ਹਨ ਕਿ ਜਿਸ ਬਲਦ ਨੇ ਧਰਤੀ ਚੁੱਕੀ ਹੈ ਉਸ ਉੱਪਰ ਕਿੰਨਾ ਕੁ ਵਜ਼ਨ ਹੋਵੇਗਾ, ਭਾਵ ਉਸ ਦੇ ਭਾਰ ਦਾ ਕੋਈ ਅੰਦਾਜ਼ਾ ਤਾਂ ਹੋਵੇਗਾ ਕਿ ਇੱਕ ਬਲਦ ਨੇ ਕਿੰਨਾ ਕੁ ਭਾਰ ਚੁੱਕਿਆ ਹੈ। ਇਹ ਸੁਣ ਕੇ ਇੱਕ ਸਿੱਧ ਨੇ ਕਿਹਾ, ਗੁਰੂ ਜੀ ਹੋ ਸਕਦਾ ਹੈ ਜਿੱਡੀ ਵੱਡੀ ਧਰਤੀ ਹੈ ਬਲਦ ਵੀ ਓਨਾ ਹੀ ਵੱਡਾ ਹੋਵੇ। ਤਾਂ ਸਤਿਗੁਰ ਜੀ ਨੇ ਕਿਹਾ ਕਿ ਹੇ ਸਿੱਧ ਪੁਰਸ਼ੋ, ਵੈਸੇ ਤਾਂ ਇਹ ਗੱਲ ਬਣਦੀ ਨਹੀਂ ਹੈ, ਪਰੰਤੂ ਤੁਸੀਂ ਇਹ ਕਹਿ ਕੇ ਪ੍ਰਸੰਨ ਹੋ ਲਵੋ ਤੇ ਨਾਲ ਹੀ ਮੈਨੂੰ ਇਹ ਦੱਸੋ ਕਿ ਉਹ ਬਲਦ ਕਿਸ ਦੇ ਆਸਰੇ ਖੜਾ ਹੈ। ਧਰਤੀ ਹੋਰ ਪਰੇ ਹੋਰ। ਸਤਿਗੁਰ ਜੀ ਫਰਮਾਉਂਦੇ ਹਨ ਕਿ ਜੇਕਰ ਉਸ ਬਲਦ ਦੇ ਹੇਠਾਂ ਇੱਕ ਹੋਰ ਧਰਤੀ ਹੈ ਤਾਂ ਫਿਰ ਉਸ ਧਰਤੀ ਦੇ ਥੱਲੇ ਇੱਕ ਹੋਰ ਬਲਦ ਹੋਵੇਗਾ। ਧਰਤੀ ਹੋਰ ਪਰੇ ਤੋਂ ਪਰੇ ਹੋ ਸਕਦੀ ਹੈ, ਪਰ ਜੋ ਅਖੀਰਲੀ ਧਰਤੀ ਹੈ ਉਸ ਦੇ ਥੱਲੇ ਕਿਹੜੀ ਸ਼ਕਤੀ ਹੋ ਸਕਦੀ ਹੈ ਜਿਸ ਦੇ ਸਹਾਰੇ ਧਰਤੀ ਖੜੀ ਹੈ। ਤਿਸ ਤੇ ਭਾਰ ਤਲੇ ਦਵਣ ਜੋਰ। ਸਤਿਗੁਰ ਜੀ ਫਰਮਾਉਂਦੇ ਹਨ ਕਿ ਇਹ ਵਿਚਾਰ ਇੱਥੇ ਹੀ ਮੁੱਕਦੀ ਹੈ ਕਿ ਏਡੀ ਵੱਡੀ ਧਰਤੀ ਹੈ ਜਿਸ ਦਾ ਕੋਈ ਹਿਸਾਬ ਹੀ ਨਹੀਂ, ਉਸ ਨੂੰ ਧਰਮ ਪ੍ਰਭੂ ਸੱਤਾ ਤੋਂ ਬਿਨਾਂ ਕੌਣ ਥੰਮ ਕੇ ਰੱਖਣ ਵਿੱਚ ਸਮਰੱਥ ਹੋ ਸਕਦਾ ਹੈ। ਜੀ ਜਾਤ ਰੰਗਹ ਕੇ ਨਾਮ। ਸਤਿਗੁਰ ਜੀ ਫਰਮਾਉਂਦੇ ਹਨ ਕਿ ਹੇ ਸਿੱਧੋ, ਵੇਖੋ ਇੱਕ ਜੂਨ ਵਿੱਚ ਕਿੰਨੇ ਹੀ ਜੀਵ ਜਾਤੀਆਂ ਹਨ ਅਤੇ ਉਹਨਾਂ ਦੇ ਕਿੰਨੇ ਹੀ ਰੰਗ ਹਨ ਤੇ ਕਿੰਨੇ ਹੀ ਰੰਗਾਂ ਦੇ ਨਾਮ ਹਨ। ਸਭਨਾ ਲਿਖਿਆ ਵੜੀ ਕਲਾਮ। ਸਤਿਗੁਰ ਜੀ ਫਰਮਾਉਂਦੇ ਹਨ ਕਿ ਹੇ ਸਿੱਧੋ, ਜਦੋਂ ਪ੍ਰਭੂ ਦੇ ਹੁਕਮ ਰੂਪੀ ਕਲਮ ਚੱਲਦੀ ਹੈ ਤਾਂ ਉਸ ਵੇਲੇ ਪ੍ਰਤੱਖ ਕਲਮ ਸਿਆਹੀ ਤੋਂ ਬਿਨਾਂ ਇੱਕੋ ਵਾਰੀ ਹੀ ਸਭਨਾਂ ਦੇ ਲੇਖ ਲਿਖ ਦਿੰਦੀ ਹੈ।
ਇਹੋ ਲੇਖਾ ਲਿਖ ਜਾਣੇ ਕੋਏ। ਸਤਿਗੁਰ ਜੀ ਫਰਮਾਉਂਦੇ ਹਨ ਕਿ ਕਰਤਾਰ ਦੀ ਕਿੰਨੀ ਮਹਾਨ ਸ਼ਕਤੀ ਹੈ, ਕਿੰਨਾ ਸੁੰਦਰ ਸਰੂਪ ਹੈ, ਉਸ ਦੀਆਂ ਕਿੰਨੀਆਂ ਮਹਾਨ ਦਾਤਾਂ ਹਨ। ਇਹ ਸਭ ਕੁਝ ਕਿਹੜੀ ਸ਼ਕਤੀ ਜਾਣ ਸਕਦੀ ਹੈ। ਲੇਖਾ ਲਿਖਿਆ ਕੀਤਾ ਹੋਏ। ਸਤਿਗੁਰ ਜੀ ਫਰਮਾਉਂਦੇ ਹਨ ਕਿ ਰਚਨਹਾਰ ਨੇ ਇੱਕੋ ਵਾਰ ਸਾਰਾ ਕੁਝ, ਸਾਰਾ ਲੇਖਾ ਲਿਖ ਦਿੱਤਾ ਹੈ। ਉਸ ਰਚਨਾ ਤੋਂ ਅੱਗੇ ਹੋਰ ਲੱਖਾਂ ਦਰਿਆ ਵਗ ਤੁਰੇ ਹਨ, ਅਰਥਾਤ ਇਹ ਰਚਨਾ ਦਿਨੋਂ ਦਿਨ ਵੱਧਦੀ ਚਲੀ ਜਾਂਦੀ ਹੈ। ਕੇਤਾ ਤਾਣ ਸਵਾਲਿਓ ਰੂਪ। ਸਤਿਗੁਰ ਜੀ ਫਰਮਾਉਂਦੇ ਹਨ ਕਿ ਉਸ ਪ੍ਰਭੂ ਦਾ ਤਾਣ ਕਿੰਨਾ ਕੁ ਹੈ ਅਤੇ ਉਸ ਦੇ ਸੁੰਦਰ ਸਰੂਪ ਦੀ ਸਿਫਤ ਕਿੰਨੀ ਕੁ ਹੈ, ਅਰਥਾਤ ਜਿਸ ਪ੍ਰਭੂ ਨੇ ਸਾਰੀ ਦੁਨੀਆ ਨੂੰ ਸਵਾਰਿਆ ਹੈ ਉਸ ਦਾ ਸਰੂਪ ਕਿਹੋ ਜਿਹਾ ਹੈ। ਕੇਤੀ ਦਾਤ ਜਾਣੇ ਕੌਣ ਕੂਤ। ਸਤਿਗੁਰ ਜੀ ਫਰਮਾਉਂਦੇ ਹਨ ਕਿ ਉਸ ਪ੍ਰਭੂ ਦੀ ਜੀਵਾਂ ਦੀ ਕਿੰਨੀ ਕੁ ਬਖਸ਼ਿਸ਼ ਹੈ, ਇਸ ਗੱਲ ਨੂੰ ਕੌਣ ਜਾਣ ਸਕਦਾ ਹੈ। ਇਹ ਕੋਈ ਨਹੀਂ ਜਾਣ ਸਕਦਾ ਕਿ ਉਸ ਪ੍ਰਭੂ ਨੇ ਸਾਰਿਆਂ ਨੂੰ ਕਿੰਨੀ ਕੁ ਖੁਰਾਕ ਦੇਣੀ ਹੈ। ਇਹ ਉਸ ਪ੍ਰਭੂ ਨੂੰ ਆਪ ਹੀ ਜਾਣ ਸਕਦਾ ਹੈ, ਕਿਉਂਕਿ ਉਹ ਇਤਨਾ ਸ਼ਕਤੀਸ਼ਾਲੀ ਹੈ। ਕੀਤਾ ਪਸਾਓ ਏਕੋ ਕਵਾਓ। ਸਤਿਗੁਰ ਜੀ ਫਰਮਾਉਂਦੇ ਹਨ ਕਿ ਉਸ ਵਾਹਿਗੁਰੂ ਨੇ ਹੀ ਸਾਰੀ ਬਾਣੀ ਬਚਨ ਨਾਲ ਜਗਤ ਦਾ ਸਾਰਾ ਪਸਾਰ ਕੀਤਾ ਹੈ। ਉਸ ਪ੍ਰਭੂ ਨੇ ਹੀ ਸਾਰੇ ਦੇਵੀ ਦੇਵਤਿਆਂ ਦਾ ਪਸਾਰਾ ਕੀਤਾ ਹੈ। ਭਾਵ ਉਸ ਪਰਮਾਤਮਾ ਨੇ ਇਹ ਫੁਰਨਾ ਕੀਤਾ ਹੈ ਕਿ ਮੈਂ ਇੱਕ ਤੋਂ ਅਨੇਕ ਰੂਪ ਹੋ ਜਾਵਾਂ। ਇਸ ਫੁਰਨੇ ਨਾਲ ਹੀ ਉਸ ਨੇ ਸਾਰਾ ਜਗਤ ਪਸਾਰਾ ਕੀਤਾ ਹੋਇਆ ਹੈ। ਤਿਸ ਤੇ ਹੋਏ ਲਖ ਦਰਿਆਓ। ਸਤਿਗੁਰ ਜੀ ਫਰਮਾਉਂਦੇ ਹਨ ਕਿ ਉਸ ਪ੍ਰਭੂ ਨੇ ਹੀ ਇਸ ਸੰਸਾਰ ਦੇ ਪ੍ਰਬੰਧ ਲਈ ਲੱਖ ਦਰਿਆ, ਭਾਵ ਨਦੀਆਂ ਸਮੁੰਦਰਾਂ ਆਦਿ ਹੋਂਦ ਵਿੱਚ ਆਉਂਦੇ ਹਨ। ਭਾਵ ਆਪਣੇ ਆਪ ਕੋਈ ਚੀਜ਼ ਪੈਦਾ ਨਹੀਂ ਹੋਈ, ਉਸ ਪ੍ਰਭੂ ਨੇ ਹੀ ਸਾਰੇ ਬ੍ਰਹਿਮੰਡ ਪੈਦਾ ਕੀਤੇ ਹੋਏ ਹਨ। ਕੁਦਰਤ ਕਵਣ ਕਹਾਂ ਵਿਚਾਰ। ਸਤਿਗੁਰ ਜੀ ਫਰਮਾਉਂਦੇ ਹਨ ਕਿ ਉਸ ਪ੍ਰਭੂ ਦੀ ਕੁਦਰਤ ਤੇ ਸ਼ਕਤੀ ਨੂੰ ਕੌਣ ਵਿਚਾਰ ਸਕਦਾ ਹੈ, ਅਰਥਾਤ ਕਿਸ ਵਿੱਚ ਇੰਨੀ ਸ਼ਕਤੀ ਹੈ ਕਿ ਉਹ ਪ੍ਰਭੂ ਦੀ ਵਿਚਾਰ ਨੂੰ ਬਿਆਨ ਕਰ ਸਕੇ। ਵਾਰਿਆ ਨਾ ਜਾਵਾਂ ਏਕ ਵਾਰ। ਸਤਿਗੁਰ ਜੀ ਫਰਮਾਉਂਦੇ ਹਨ ਕਿ ਮੈਂ ਕਰਤਾਰ ਦੀ ਕੁਦਰਤ ਦਾ ਕੀ ਵਿਚਾਰ ਕਰਾਂ, ਕਿਉਂ ਨਾ ਮੈਂ ਉਹ ਇੱਕੋ ਵਾਰੀ ਹੀ ਉਸ ਤੋਂ ਕੁਰਬਾਨ ਹੋ ਜਾਵਾਂ। ਜੋ ਤੁਧ ਭਾਵੇ ਸਾਈ ਭਲੀ ਕਾਰ। ਸਤਿਗੁਰ ਜੀ ਫਰਮਾਉਂਦੇ ਹਨ ਕਿ ਹੇ ਕਰਤਾਰ, ਜਿਹੜੀ ਗੱਲ ਤੈਨੂੰ ਚੰਗੀ ਲੱਗਦੀ ਹੈ ਉਹ ਹੀ ਸਾਡੇ ਲਈ ਚੰਗੀ ਹੁੰਦੀ ਹੈ। ਤੂੰ ਸਦਾ ਸਲਾਮਤ ਨਿਰੰਕਾਰ। ਸਤਿਗੁਰ ਜੀ ਫਰਮਾਉਂਦੇ ਹਨ ਕਿ ਹੇ ਨਿਰੰਕਾਰ, ਤੂੰ ਸਦਾ ਹੀ ਕਾਇਮ ਰਹਿਣ ਵਾਲਾ ਹੈ। ਇਸ ਪ੍ਰਕਾਰ ਉਸ ਪ੍ਰਭੂ ਦੇ ਭਾਣੇ ਨੂੰ ਮੰਨੀਏ, ਉਸ ਦੇ ਅੱਗੇ ਬੇਨਤੀਆਂ ਕਰੀਏ, ਸਿਫਤ ਸਲਾਹਾਂ ਕਰੀਏ, ਕਿਉਂਕਿ ਉਹ ਪ੍ਰਭੂ ਸਦਾ ਹੀ ਕਾਇਮ ਰਹਿਣ ਵਾਲਾ ਹੈ, ਅਟੱਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।